ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਣੀ ਔਨਗੋਇੰਗ ਸੀਰੀਜ਼ ਦਾ ਪਾਰਟ 13 ਦੇਖਾਂਗੇ ਤੇ ਤੁਹਾਨੂੰ ਆਉਣ ਵਾਲੇ ਨਾਇਬ ਤਹਿਸੀਲਦਾਰ ਪੀਪੀਐਸਸੀ ਤੇ ਈਵਨ ਪਟਵਾਰੀ ਦੇ ਐਗਜ਼ਾਮ ਵਿੱਚ ਜੋ ਕਿ ਇਹਦੇ ਵਿੱਚ ਜੀਕੇ ਵੀ ਪੁੱਛੀ ਜਾਊਗੀ ਤਾਂ ਉਹਦੇ ਵਿੱਚ ਵੀ ਹੈਲਪ ਕਰੂਗਾ। ਇਟ ਡਜ਼ਨਟ ਮੀਨ ਕਿ ਨਾਇਬ ਤਹਿਸੀਲਦਾਰ ਤੇ ਪੀਪੀਐਸਸੀ ਤੋਂ ਬਾਅਦ ਇਹਨੂੰ ਆਪਾਂ ਨਹੀਂ ਪੜ੍ਹ ਪਾਵਾਂਗੇ। ਆਪਾਂ ਜਿੰਨੇ ਵੀ ਪੰਜਾਬ ਦੇ ਅਗਲੇ ਜਿੰਨੇ ਵੀ ਐਗਜ਼ਾਮ ਆਉਣਗੇ ਉਹਨਾਂ ਸਾਰਿਆਂ ਵਿੱਚ ਹੀ ਇਹ ਹੈਲਪਫੁਲ ਰਹੇਗੀ। ਤਾਂ ਅੱਜ ਆਪਾਂ ਕਰ ਲਾਂਗੇ ਕੁਐਸਚਨ ਨੰਬਰ 181। ਜਿਹੜੇ ਬਾਕੀ ਦੇ ਪਾਰਟ ਨੇ 12 ਪਾਰਟ ਪਹਿਲਾਂ ਵੀ ਆ ਚੁੱਕੇ ਨੇ। ਜੇਕਰ ਤੁਸੀਂ ਨਹੀਂ ਦੇਖੇ ਹੈ ਤਾਂ ਵਧੀਆ ਉਹੀ ਰਹੂਗਾ ਕਿ ਪਹਿਲਾਂ ਤੁਸੀਂ ਉਹ ਪਾਰਟਸ ਦੇਖੋ ਤੇ ਅੱਜ ਦਾ ਪਾਰਟ ਫਿਰ ਸਟਾਰਟ ਕਰੋ। ਸਭ ਤੋਂ ਪਹਿਲਾ ਕੁਐਸਚਨ ਹੈ ਵੇਅਰ ਡਜ਼ ਇੰਡੀਆ ਰੈਂਕ ਇਨ ਦਾ ਏਰੀਆ ਅਮੰਗ ਦਾ ਕੰਟਰੀਜ਼ ਆਫ ਵਰਲਡ। ਯਾਨੀ ਕਿ ਜੇਕਰ ਆਪਾਂ ਵਰਲਡ ਵਾਈਡ ਗੱਲ ਕਰੀਏ ਤਾਂ ਏਰੀਆ ਦੇ ਹਿਸਾਬ ਨਾਲ ਖੇਤਰ ਦੇ ਹਿਸਾਬ ਨਾਲ ਇੰਡੀਆ ਦਾ ਰੈਂਕ ਕਿਹੜਾ ਬਣਦਾ ਹੈਗਾ। ਵੈਸੇ ਤਾਂ ਇੰਡੀਆ ਦਾ ਰੈਂਕ ਬਣਦਾ ਹੈਗਾ 7th ਤੇ ਕਈ ਵਾਰ ਪੁੱਛ ਲੈਂਦੇ ਨੇ ਸਭ ਤੋਂ ਪਹਿਲਾ ਰੈਂਕ ਕਿਹਦਾ ਹੈਗਾ ਤਾਂ ਉਹ ਹੈਗਾ ਰਸ਼ੀਆ ਦਾ। ਹੁਣੀ ਮੈਂ ਗੂਗਲ 'ਤੇ ਲੱਭ ਰਿਹਾ ਸੀਗਾ ਤਾਂ ਮੈਨੂੰ ਇਹਦੀ ਟ੍ਰਿਕ ਵੀ ਲੱਭੀ। ਆ ਇਮੇਜ ਦੇਖ ਰਹੇ ਹੋ ਤੁਸੀਂ, ਆ ਟੋਪ 7 ਕੰਟਰੀਜ਼ ਨੇ ਏਰੀਆ ਵਾਈਜ਼। ਸਭ ਤੋਂ ਵੱਡਾ ਹੈ ਰਸ਼ੀਆ, ਫਿਰ ਕੈਨੇਡਾ, ਫਿਰ ਅਮੈਰੀਕਾ, ਫਿਰ ਚਾਈਨਾ, ਬ੍ਰਾਜ਼ੀਲ, ਆਸਟ੍ਰੇਲੀਆ ਅਤੇ 7ਵੇਂ ਨੰਬਰ 'ਤੇ ਆਉਂਦਾ ਹੈਗਾ ਇੰਡੀਆ। ਅਤੇ ਇਹਦੀ ਬਹੁਤ ਹੀ ਫਨੀ ਟ੍ਰਿਕ ਵੀ ਹੈਗੀ ਕਿ ਰਾਜੂ ਈਟ ਮੇਰੀ ਚੋਕਲੇਟ BAI, ਯਾਨੀ ਕਿ ਇਸ ਰਾਜੂ ਤੋਂ ਰਸ਼ੀਆ ਹੋ ਜਾਊਗਾ। ਈਟ ਯਾਨੀ ਕਿ ਆ ਕਾਨਾ ਬਣਾਇਆ ਹੈਗਾ, ਜਿਵੇਂ ਆਪਾਂ ਹਿੰਦੀ 'ਚ ਖਾਣਾ ਕਹਿੰਦੇ ਹਾਂ ਤਾਂ ਈਟ ਆ ਗਿਆ ਉੱਧਰੋਂ, ਕਿਉਂਕਿ ਸੀ ਔਰ ਸੀ ਨਾ 2 ਵਾਰ ਆ ਰਹੇ ਚਾਈਨਾ। ਤਾਂ ਇਸ ਚੀਜ਼ ਦਾ ਫਰਕ ਰੱਖਣਾ ਹੈਗਾ ਆਪਾਂ, ਕਿਉਂਕਿ ਆਪਾਂ ਚਾਈਨਾ ਨੂੰ ਉੱਪਰ ਨਹੀਂ ਲਿਜਾ ਸਕਦੇ ਹੈਗੇ ਤਾਂ ਗਲਤ ਵੀ ਹੋ ਸਕਦਾ ਹੈਗਾ। ਤਾਂ ਇਸ ਤਰ੍ਹਾਂ ਟ੍ਰਿਕ ਹੈ ਜਿਹੜੀ ਆਪਾਂ ਨੂੰ ਇਹ ਯਾਦ ਰੱਖਣ ਵਿੱਚ ਹੈਲਪ ਕਰ ਸਕਦੀ ਹੈ। ਕਈ ਵਾਰ ਐਗਜ਼ਾਮ ਦੇ ਵਿੱਚ ਇੰਡੀਆ ਦਾ ਏਰੀਆ ਵੀ ਪੁੱਛ ਲੈਂਦੇ ਨੇ ਕਿ ਖੇਤਰਫਲ ਕਿੰਨਾ ਹੈ ਇੰਡੀਆ ਦਾ, ਤਾਂ ਉਹ ਹੈਗਾ ਜੀ 32,87,263 ਕਿਲੋਮੀਟਰ ਸਕੁਆਇਰ। ਉਸ ਤੋਂ ਬਾਅਦ ਅਗਲਾ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ ਟੂ ਪ੍ਰੋਡਿਊਸ ਆਰਟੀਫਿਸ਼ੀਅਲ ਰੇਨ। ਯਾਨੀ ਕਿ ਆਰਟੀਫਿਸ਼ੀਅਲ ਰੇਨ ਕਰਾਉਣ ਵਾਸਤੇ ਇਹਨਾਂ ਵਿੱਚੋਂ ਕਿਹੜਾ ਜਿਹੜਾ ਕੈਮੀਕਲ ਹੈ ਜਾਂ ਐਲੀਮੈਂਟ ਕਹਿ ਸਕਦੇ ਹਾਂ ਆਪਾਂ ਉਹ ਯੂਜ਼ ਕੀਤਾ ਜਾਂਦਾ ਹੈਗਾ। ਪਹਿਲਾਂ ਆਪਾਂ ਦੇਖਦੇ ਹਾਂ ਵੀ ਹੁੰਦਾ ਕਿਵੇਂ ਹੈ, ਕਿਉਂਕਿ ਇਹ ਸਾਰੇ ਪ੍ਰੋਸੈਸ ਨੂੰ ਕੀ ਕਹਿੰਦੇ ਵੀ ਕਲਾਊਡ ਸੀਡਿੰਗ ਕਹਿੰਦੇ ਨੇ। ਕਲਾਊਡ ਸੀਡਿੰਗ ਕਿਉਂਕਿ ਹੋਣਾ ਕੀ ਹੈ ਕਿ ਇੱਕ ਪਲੇਨ ਦੇ ਵਿੱਚ ਨਾ ਸਿਲਵਰ ਆਇਓਡਾਈਡ ਰੱਖਿਆ ਜਾਊਗਾ ਜਿਹਨੂੰ ਕਿ ਟਾਰਗੇਟ ਦੇ ਉੱਪਰ ਛੱਡਿਆ ਜਾਊਗਾ। ਟਾਰਗੇਟ ਦਾ ਮਤਲਬ ਕੀ ਹੈ ਕਿ ਬੱਦਲਾਂ ਦੇ ਵਿੱਚ ਛੱਡਿਆ ਜਾਊਗਾ ਅਤੇ ਬਾਅਦ ਦੇ ਵਿੱਚ ਕੀ ਕਰੂਗਾ ਆਈਸ ਕ੍ਰਿਸਟਲ ਬਣਾਊਗਾ। ਉਹਦੇ ਕਰਕੇ ਹੋਊਗਾ ਕੀ ਹੈ ਜ਼ਿਆਦਾ ਹੈਵੀ ਹੋ ਜਾਊਗਾ, ਜਿਸ ਕਰਕੇ ਕਿ ਆ ਕ੍ਰਿਸਟਲ ਜਿਹੜੇ ਆਈਸ ਕ੍ਰਿਸਟਲ ਨੇ ਥੱਲੇ ਡਿੱਗਣਗੇ ਜੋ ਕਿ ਮੈਲਟ ਹੋ ਕੇ ਬਾਰਿਸ਼ ਦੀ ਫੋਮ ਵਿੱਚ ਥੱਲੇ ਆ ਜਾਣਗੇ। ਤਾਂ ਕਲਾਊਡ ਸੀਡਿੰਗ ਆਪਾਂ ਕਹਿੰਦੇ ਹਾਂ ਵੀ ਆਪਾਂ ਸਿਲਵਰ ਆਇਓਡਾਈਡ ਨੂੰ ਇਹਦੇ ਵਿੱਚ ਟਾਰਗੇਟ ਕਲਾਊਡ ਦੇ ਵਿੱਚ ਸਿੱਟ ਦਿੱਤਾ ਤਾਂ ਇਹਨੂੰ ਕਲਾਊਡ ਸੀਡਿੰਗ ਕਹਿ ਦਾਂਗੇ। ਅਤੇ ਇਸ ਪੂਰੇ ਪ੍ਰੋਸੈਸ ਨੂੰ ਆਪਾਂ ਆਰਟੀਫਿਸ਼ੀਅਲ ਰੇਨ ਜਿਹੜੀ ਹੁੰਦੀ ਹੈ ਉਹ ਪੂਰਾ ਪ੍ਰੋਸੈਸ ਇਹੀ ਕੰਪਲੀਟ ਕਰਦਾ। ਤਾਂ ਇਹਦੇ ਵਿੱਚ ਆਪਾਂ ਕਿਹੜਾ ਦੇਖਿਆ ਐਲੀਮੈਂਟ ਸਿਲਵਰ ਆਇਓਡਾਈਡ। ਅਤੇ ਬੇਸਿਕਲੀ ਇਹਦੀ ਥਾਂ ਆਪਾਂ ਡਰਾਈ ਆਈਸ ਜਿਹਨੂੰ ਕਿ ਸੋਲਿਡ ਕਾਰਬਨ ਡਾਈਆਕਸਾਈਡ ਵੀ ਕਹਿ ਦਿੰਦੇ ਹਾਂ ਜਾਂ ਫਿਰ ਸੋਡੀਅਮ ਕਲੋਰਾਈਡ ਵੀ ਯੂਜ਼ ਕਰ ਸਕਦੇ ਹਾਂ। ਅਤੇ ਮੋਸਟਲੀ ਆ ਉਹਨਾਂ ਏਰੀਆ ਵਿੱਚ ਯੂਜ਼ ਕੀਤਾ ਜਾ ਸਕਦਾ ਜਿਹੜਾ ਡਰੌਟ ਇਫੈਕਟ ਹੈ, ਯਾਨੀ ਕਿ ਜਿੱਥੇ ਸੁੱਕਾ ਆਉਂਦਾ ਹੈਗਾ, ਵਰਖਾ ਘੱਟ ਪੈਂਦੀ ਹੈ। ਹਾਲਾਂਕਿ ਆਹ ਸਿਸਟਮ ਬਹੁਤ ਹੀ ਘੱਟ ਵਾਰ ਯੂਜ਼ ਕੀਤਾ ਗਿਆ ਹੈਗਾ, ਲੇਕਿਨ ਇੱਕ ਤਰ੍ਹਾਂ ਤੋਂ ਆਰਟੀਫਿਸ਼ੀਅਲ ਰੇਨ ਲਿਆਉਣ ਲਈ ਸਭ ਤੋਂ ਵਧੀਆ ਤਰੀਕਾ ਹੈਗਾ ਕਿ ਬਾਰਿਸ਼ ਨਾ ਹੋ ਰਹੀ ਹੋਵੇ ਜਾਂ ਫਿਰ ਜਿਵੇਂ ਦਿੱਲੀ ਦੇ ਵਿੱਚ ਨਾ ਸਮੋਕ ਆ ਜਾਂਦੀ ਹੈਗੀ ਹੈ ਦੀਵਾਲੀ ਦੇ ਟਾਈਮ 'ਤੇ। ਕਿਆ ਕਹਿੰਦੇ ਨੇ, ਕਈ ਕਹਿੰਦੇ ਨੇ ਵੀ ਪਰਾਲੀ ਕਰਕੇ ਹੈ। ਈਵਨ ਪਰਾਲੀ ਕਰਕੇ ਤਾਂ ਹੈ ਹੀ ਹੈ, ਲੇਕਿਨ ਪਟਾਕੇ ਦਾ ਵੀ ਉਹਦੇ ਵਿੱਚ ਥੋੜ੍ਹਾ ਇਨਵੋਲਵਮੈਂਟ ਰਹਿੰਦਾ ਹੀ ਹੈ। ਓਬਵੀਅਸ ਹੀ ਗੱਲ ਹੈ, ਬੇਸ਼ੱਕ ਆਪਾਂ ਕਿੰਨਾ ਮਰਜ਼ੀ ਕਹਿ ਲਈਏ ਗੱਲ ਨੂੰ ਵੀ ਪਟਾਕੇ ਨਾਲ ਕੁਛ ਨਹੀਂ ਹੁੰਦਾ, ਹਲਕਾ ਫੁਲਕਾ ਫਰਕ ਤਾਂ ਦੇਖੋ ਪੈਂਦਾ ਹੀ ਹੈ। ਜੇਕਰ ਉਹ ਸਮੋਕ ਜ਼ਿਆਦਾ ਵੱਧਦੀ ਹੈ ਅਤੇ ਨਹੀਂ ਹਟਦੀ ਹੈਗੀ ਹੈ ਤਾਂ ਆਰਟੀਫਿਸ਼ੀਅਲ ਰੇਨ ਦਾ ਤਰੀਕਾ ਵੀ ਅਪਣਾਇਆ ਜਾ ਸਕਦਾ ਹੈ ਉਹਨੂੰ ਖ਼ਤਮ ਕਰਨ ਲਈ। ਉਸ ਤੋਂ ਬਾਅਦ ਇਹ ਕੁਐਸਚਨ ਕਿ ਵਨ ਗਵਰਨਰ ਜਨਰਲ ਟੁਕ ਪਾਰਟ ਇਨ ਵਨ ਆਫ ਦਾ ਕਾਂਗਰਸ ਸੈਸ਼ਨ। ਯਾਨੀ ਕਿ ਜਿਹੜੇ ਆਪਣੇ ਇੰਡੀਆ ਦਾ ਗਵਰਨਰ ਜਨਰਲ ਸੀਗਾ ਇਹਨਾਂ ਚਾਰਾਂ ਵਿੱਚੋਂ ਇੱਕ ਹੈ ਜਿਹਨੇ ਕਾਂਗਰਸ ਦੇ ਸੈਸ਼ਨ ਵਿੱਚ ਵੀ ਹਿੱਸਾ ਲਿਆ ਸੀਗਾ। ਉਹ ਪੁੱਛਿਆ ਵੀ ਕਿਹੜਾ ਗਵਰਨਰ ਜਨਰਲ ਸੀਗਾ ਅਤੇ ਉਹ ਸੈਸ਼ਨ ਕਿੱਥੇ ਹੋਇਆ ਸੀ ਅਤੇ ਕਿਹੜੇ ਸਾਲ ਵਿੱਚ ਹੋਇਆ ਸੀ। ਆਹ ਸਾਰੀ ਇਨਫੋਰਮੇਸ਼ਨ ਆਪਾਂ ਦੇਣੀ ਹੈ। ਤਾਂ ਵੀ ਜਿਹੜਾ ਗਵਰਨਰ ਜਨਰਲ ਸੀਗਾ ਉਹ ਸੀ ਲਾਰਡ ਵੈਲਿੰਗਟਨ। ਉਹਨੇ ਜਿਹੜਾ 1915 ਦੇ ਵਿੱਚ ਬੰਬੇ ਦੇ ਵਿੱਚ ਸੈਸ਼ਨ ਹੋਇਆ ਸੀਗਾ ਉਹਦੇ ਵਿੱਚ ਪਾਰਟੀਸਪੇਟ ਕਰਿਆ ਸੀਗਾ। ਹੁਣ ਦੇਖਣ ਵਾਲੀ ਗੱਲ ਆ ਵੀ ਹੈ ਕਿ ਜਦੋਂ ਉਹਨੇ ਪਾਰਟੀਸਪੇਟ ਕੀਤਾ ਸੀਗਾ ਉਸ ਟਾਈਮ 'ਤੇ ਉਹ ਗਵਰਨਰ ਜਨਰਲ ਨਹੀਂ ਸੀਗਾ, ਕਿਉਂਕਿ ਉਹਦਾ ਜਿਹੜਾ ਟੈਨਿਓਰ ਹੈ ਉਹਦੀ ਅਵਧੀ ਜਿਹੜੀ ਹੈ ਉਹ 1931 ਤੋਂ ਲੈ ਕੇ 1936 5 ਸਾਲ ਦੀ ਅਵਧੀ ਹੈ। ਅਤੇ ਉਸ ਟਾਈਮ ਉਹ ਗਵਰਨਰ ਜਨਰਲ ਆਫ ਇੰਡੀਆ ਨਹੀਂ ਸੀਗਾ, ਤਾਂ ਇਕੱਲਾ ਹੀ ਵਾਇਸਰੋਏ ਹੋਇਆ ਜਿਹਨੇ ਅਟੈਂਡ ਕੀਤਾ ਸੀਗਾ। ਉਸ ਤੋਂ ਬਾਅਦ ਹੈ ਵੀ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਬੋਰਡ ਦੇ ਮੈਂਬਰ ਹਨ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਲਈ ਤਾਂ ਆਪਾਂ ਵੋਟ ਡਾਇਰੈਕਟਲੀ ਤਾਂ ਦੇ ਨਹੀਂ ਸਕਦੇ ਹੈਗੇ। ਜਿਹੜੇ ਆਪਣੇ ਦੁਆਰਾ ਚੁਣੇ ਗਏ ਨੁਮਾਇੰਦੇ ਨੇ ਉਹੀ ਅੱਗੇ ਆ ਕੇ ਵੋਟ ਦਿੰਦੇ ਨੇ। ਤਾਂ ਜਿਹੜਾ ਕੋਲਾਜ ਬਣਦਾ ਹੈਗਾ ਉਹ ਬਣਦਾ ਹੈਗਾ ਲੋਕ ਸਭਾ ਦੇ ਇਲੈਕਟਿਡ ਮੈਂਬਰ, ਰਾਜ ਸਭਾ ਦੇ ਇਲੈਕਟਿਡ ਮੈਂਬਰ ਅਤੇ ਇਲੈਕਟਿਡ ਮੈਂਬਰ ਆਫ ਵਿਧਾਨ ਸਭਾ, ਕਿਉਂਕਿ ਵਿਧਾਨ ਪਰਿਸ਼ਦ ਜਿਹਨੂੰ ਕਿ ਲੈਜਿਸਲੇਟਿਵ ਕਾਊਂਸਿਲ ਕਹਿ ਦਿੰਦੇ ਨੇ ਉਹਦਾ ਕੋਈ ਰੋਲ ਨਹੀਂ ਹੁੰਦਾ ਇਹਦੇ ਵਿੱਚ। ਤਾਂ ਆਪਣੇ ਲਈ
1 2 ਐਂਡ 3 ਇਜ਼ ਦਾ ਰਾਈਟ ਆਂਸਰ। ਉਸ ਤੋਂ ਬਾਅਦ ਹੈਗਾ ਕਿ ਟ੍ਰੋਪਿਕ ਆਫ ਕੈਂਸਰ ਪਾਸਿਸ ਥਰੂ, ਯਾਨੀ ਕਿ ਜਿਹਨੂੰ ਆਪਾਂ ਕਰਕ ਰੇਖਾ ਕਹਿੰਦੇ ਆ, ਉਹ ਆਪਣੇ ਕਿਹੜੇ ਇੰਡੀਅਨ ਸਟੇਟ ਤੋਂ ਪਾਸ ਹੋ ਕੇ ਗੁਜ਼ਰਦੀ ਆ। ਇਹ ਕੁਐਸਚਨ ਵੀ ਕਾਫੀ ਪੋਪੂਲਰ ਹੈ ਅਤੇ ਮੈਂ ਪਹਿਲਾਂ ਤੁਹਾਨੂੰ ਇੱਕ ਇਮੇਜ ਦਿਖਾਉਣਾ। ਜਿਹੜਾ ਆ ਹੈਗਾ ਟ੍ਰੋਪਿਕ ਆਫ ਕੈਂਸਰ, ਇਹ ਆਪਣੇ ਤੁਸੀਂ ਦੇਖ ਰਹੇ ਹੋ 1 2 3 4 5 6 7 8 ਯਾਨੀ ਕਿ ਟੋਟਲ 8 ਸਟੇਟ ਤੋਂ ਹੋ ਕੇ ਗੁਜ਼ਰਦਾ ਹੈਗਾ। ਲੇਕਿਨ ਕੁਐਸਚਨ ਦੇ ਵਿੱਚ ਸਟੇਟਸ ਦੇ ਨਾਂ ਪੁੱਛ ਲਏ। ਹੁਣ ਸਟੇਟ ਕਿਹੜੇ ਹੈ ਕੀ ਕਰਕੇ ਧਿਆਨ ਰੱਖਿਓ, ਗੁਜਰਾਤ ਹੋ ਗਿਆ, ਫਿਰ ਰਾਜਸਥਾਨ ਹੋ ਗਿਆ, ਫਿਰ ਹੋ ਗਿਆ ਮੱਧ ਪ੍ਰਦੇਸ਼, ਫਿਰ ਹੋ ਗਿਆ ਛੱਤੀਸਗੜ੍ਹ, ਫਿਰ ਹੋ ਗਿਆ ਝਾਰਖੰਡ, ਫਿਰ ਹੋ ਗਿਆ ਵੈਸਟ ਬੰਗਾਲ, ਫਿਰ ਆਉਂਦਾ ਹੈਗਾ ਤ੍ਰਿਪੁਰਾ, ਫਿਰ ਆਉਂਦਾ ਹੈਗਾ ਮਿਜ਼ੋਰਮ। ਦੈਟ ਮੀਨਸ ਆ 8 ਸਟੇਟ ਨੇ। ਵੈਸੇ ਚਾਹੇ ਤੁਸੀਂ ਲਿਖ ਲਓ, ਆ ਕੁਐਸਚਨ ਬਹੁਤ ਇੰਪੋਰਟੈਂਟ ਹੈਗਾ। ਆਨਸਰ ਕੀ ਹੋ ਗਿਆ ਇਹਦਾ, ਆਲ ਆਫ ਦਿਸ। ਜਿਹੜੇ ਸਟੇਟ ਆਸ-ਪਾਸ ਰਹਿੰਦੇ ਨੇ ਜਿਵੇਂ ਉੜੀਸਾ ਹੋ ਗਿਆ, ਬਿਹਾਰ, ਯੂਪੀ, ਮਹਾਰਾਸ਼ਟਰ, ਆਹ 3 4 ਆਪਸ਼ਨ ਦਿੱਤੇ ਜਾਣਗੇ ਤੁਹਾਨੂੰ ਕਿ ਇਹਨਾਂ ਵਿੱਚੋਂ ਗੁਜ਼ਰਦੀ ਹੈ ਨਹੀਂ। ਅਤੇ ਜੇਕਰ ਆਪਣੀ ਮੈਪ 'ਤੇ ਪਕੜ ਵਧੀਆ ਹੈਗੀ ਨਾ, ਤਾਂ ਆਪਾਂ ਬੜੇ ਹੀ ਜਲਦੀ ਪਛਾਣ ਲਵਾਂਗੇ ਕਿ ਆਹ ਚੀਜ਼ ਹੈਗੀ ਹੈ ਜਾਂ ਨਹੀਂ ਹੈਗੀ। ਆਈ ਹੋਪ ਮੈਂ ਆ ਵੀ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਸਟੱਡੀ ਟੇਬਲ 'ਤੇ ਬਹਿ ਕੇ ਪੜ੍ਹਦੇ ਹੋ ਤਾਂ ਇੱਕ ਮੈਪ ਜ਼ਰੂਰ ਲਾ ਲਿਓ ਇੰਡੀਆ ਦਾ। ਜਿਹੜੇ ਬੱਚਿਆਂ ਨੇ ਲਾਇਆ ਹੋਇਆ ਇਹਨਾਂ ਦੀ ਵਧੀਆ ਗੱਲ ਹੈ, ਜੇਕਰ ਨਹੀਂ ਲਾਇਆ ਤਾਂ ਐਟਲੀਸਟ ਇੱਕ ਮੈਪ ਤਾਂ ਲਾ ਕੇ ਰੱਖੋ ਯਾਰ। ਇੱਕ ਵਰਲਡ ਮੈਪ ਅਤੇ ਇੱਕ ਪੰਜਾਬ ਦਾ ਵੀ, ਕਿਉਂਕਿ ਪੰਜਾਬ ਦੀ ਤਿਆਰੀ ਕਰ ਰਹੇ ਹੋ, ਅਤੇ ਤੀਜਾ ਆਪਣੇ ਇੰਡੀਆ ਦਾ ਵੀ। ਇਹ ਤੁਹਾਨੂੰ ਬਹੁਤ ਹੈਲਪ ਕਰੇਗਾ। ਅਤੇ ਦੂਜੀ ਗੱਲ ਵੀ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਆਪਣੇ ਲਾਈਕਸ ਜ਼ਰੂਰ ਭੇਜਿਆ ਕਰੋਗੇ। ਜੇ ਨਹੀਂ ਵਧੀਆ ਲੱਗਦੀ ਹੈ ਡਿਸਲਾਈਕ ਵੀ ਕਰੋ। ਆ ਕੋਈ ਕੰਪਲਸ਼ਨ ਨਹੀਂ ਹੈਗਾ ਵੀ ਜੇ ਲਾਈਕ ਹੀ ਕਰਨਾ ਹੈਗਾ ਤੁਸੀਂ, ਬਟ ਜੇਕਰ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰਿਓ। ਉਸ ਤੋਂ ਬਾਅਦ ਹੈ ਇਫ ਦੇਅਰ ਇਜ਼ ਐਨੀ ਡਿਸਪਿਊਟ ਰਿਗਾਰਡਿੰਗ ਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਇਟ ਕੈਨ ਬੀ ਰੈਫਰ ਟੂ। ਮੰਨ ਲਓ ਜੇਕਰ ਰਾਸ਼ਟਰਪਤੀ ਦੀ ਚੋਣ ਵਿੱਚ ਕੋਈ ਵਿਵਾਦ ਆਉਂਦਾ ਹੈਗਾ, ਕੋਈ ਡਿਸਪਿਊਟ ਹੁੰਦਾ ਹੈਗਾ, ਤਾਂ ਉਹਦਾ ਜਿਹੜੀ ਰੈਫਰ ਕਿਹਨੂੰ ਕੀਤਾ ਜਾਏਗਾ, ਯਾਨੀ ਕਿ ਕੌਣ ਉਹਨੂੰ ਸੁਲਝਾਵੇਗਾ, ਕੌਣ ਖਤਮ ਕਰੇਗਾ, ਤਾਂ ਇਹ ਜਿਹੜਾ ਹੈਗਾ ਇਹ ਸੁਪਰੀਮ ਕੋਰਟ। ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਹੈਗਾ, ਦੂਜਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਇਹਨਾਂ ਇਲੈਕਸ਼ਨ ਵਿੱਚ ਕੋਈ ਵੀ ਦਿੱਕਤ ਆਉਂਦੀ ਹੈਗੀ ਹੈ, ਕੋਈ ਵੀ ਬਵਾਲ ਹੁੰਦਾ, ਕੋਈ ਵੀ ਡਿਸਪਿਊਟ ਹੁੰਦਾ ਹੈਗਾ, ਤਾਂ ਸੁਪਰੀਮ ਕੋਰਟ ਦਾ ਫੈਸਲਾ ਮੰਨਿਆ ਜਾਏਗਾ, ਯਾਨੀ ਕਿ ਉਹਨੂੰ ਰੈਫਰ ਕੀਤਾ ਜਾਊਗਾ ਸੁਪਰੀਮ ਕੋਰਟ ਆਫ ਇੰਡੀਆ ਨੂੰ। ਚਲੋ ਇੱਕ ਤੁਹਾਨੂੰ ਕੁਐਸਚਨ ਪੁੱਛਦਾ, ਅੱਜ ਮੈਂ ਬਹੁਤ ਦਿਨ ਹੋ ਗਏ ਕੁਐਸਚਨ ਨਾ ਪੁੱਛੇ, ਅਤੇ ਇਹਦਾ ਮੈਂ ਉਮੀਦ ਕਰਦਾ ਤੁਸੀਂ ਆਨਸਰ ਜ਼ਰੂਰ ਦੇਵੋਗੇ। ਹਾਲਾਂਕਿ ਤੁਸੀਂ ਬਹੁਤ ਹੀ ਘੱਟ ਆਨਸਰ ਦਿੰਦੇ ਹੋ, ਬੱਚੇ ਦੇਖਦੇ ਕਾਫੀ ਜ਼ਿਆਦਾ ਨੇ, ਲੇਕਿਨ ਆਨਸਰ ਕੋਈ ਕਰਦਾ। ਅੱਜ ਦੀ ਡੇਟ 'ਤੇ ਕਰੰਟ ਟਾਈਮ 'ਤੇ CJI ਕੌਣ ਹੈ, ਮਤਲਬ ਕਿ ਚੀਫ ਜਸਟਿਸ ਆਫ ਇੰਡੀਆ ਕੌਣ ਹੈਗਾ, ਆ ਕਮੈਂਟ ਕਰਕੇ ਮੈਨੂੰ ਦੱਸਿਓ। ਉਸ ਤੋਂ ਬਾਅਦ ਹੈਗਾ ਅਰੇਂਜ ਕ੍ਰੋਨੋਲੋਜੀਕਲ ਆਰਡਰ ਹੂ ਬਿਕਮ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਕਿਉਂਕਿ ਇੰਡੀਅਨ ਨੈਸ਼ਨਲ ਕਾਂਗਰਸ ਸੀ ਵੀ ਜਿਹੜੀ, ਉਹਦੇ ਉੱਪਰ ਤਾਂ ਕੁਐਸਚਨ ਅਮੂਮਨ ਪੁੱਛੇ ਜਾਂਦੇ ਹਨ ਐਗਜ਼ਾਮ ਦੇ ਵਿੱਚ। ਤਾਂ ਹੀ ਮੈਂ ਜਿੰਨੇ ਵੀ ਕੁਐਸਚਨ ਬਣ ਸਕਦੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ, ਉਹ ਆਪਣੀ ਸੀਰੀਜ਼ ਪਾਰਟ ਦੇ ਵਿੱਚ ਕਵਰ ਡੈਫੀਨੇਟਲੀ ਕਰਾਂਗਾ। 4 ਆਪਸ਼ਨ ਦਿੱਤੇ ਨੇ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਸ਼੍ਰੀਮਤੀ ਸਰੋਜਨੀ ਨਾਇਡੂ। ਇੱਕ ਮੈਂ ਲਿਸਟ ਵੀ ਬਣਾਈ ਹੋਈ, ਪਹਿਲਾਂ ਤੁਹਾਨੂੰ ਦਿਖਾ ਦਿੰਦਾ ਮੈਂ। ਆਹ ਦੇਖੋ ਜੀ, ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਜੋ ਪਹਿਲੀ ਵਾਰ ਪ੍ਰੈਜ਼ੀਡੈਂਟ ਬਣੇ ਸੀਗੇ, ਉਹ ਬੇਲਗਾਮ ਦੇ ਬਣੇ ਸੀਗੇ ਅਤੇ 1924 ਦੇ ਵਿੱਚ। ਦੈਟ ਮੀਨਸ ਆਪਣਾ ਸਭ ਤੋਂ ਪਹਿਲਾਂ ਤਾਂ ਆਊਗਾ 1। ਉਸ ਤੋਂ ਬਾਅਦ ਹੈ, ਫਿਰ ਗੱਲ ਕਰਦੇ ਹਾਂ ਆਪਾਂ ਜਵਾਹਰ ਲਾਲ ਨਹਿਰੂ। ਆਹ ਬਣੇ ਸੀ 1929 ਦੇ ਵਿੱਚ, ਬਾਅਦ 'ਚ 36 ਅਤੇ 37 ਵਿੱਚ ਵੀ ਬਣੇ ਸੀਗੇ, ਲੇਕਿਨ ਪਹਿਲਾਂ ਬਣੇ ਸੀ 29 ਦੇ ਵਿੱਚ। ਉਸ ਤੋਂ ਬਾਅਦ ਹੈਗਾ ਵੱਲਭ ਭਾਈ ਪਟੇਲ, ਜੋ ਕਿ 1931 ਦੇ ਵਿੱਚ ਬਣੇ ਸੀ ਕਰਾਚੀ ਦੇ। ਫਿਰ ਆ ਸਰੋਜਨੀ ਨਾਇਡੂ 1925, ਦੈਟ ਮੀਨਸ ਦੂਜੇ ਨੰਬਰ 'ਤੇ ਆ ਜਾਏਗਾ ਚੌਥਾ। ਫਿਰ ਆਊਗਾ ਦੂਜਾ, ਫਿਰ ਆਊਗਾ ਤੀਜਾ। ਆ ਗਿਆ ਆਪਣਾ ਸੀਰੀਜ਼ ਬਣ ਗਈ ਆਪਣੀ। ਤਾਂ ਮੈਚ ਕਰ ਲੈਣਾ ਆਪਾਂ ਕਿਹੜਾ ਵੀ, ਆਹ ਪਹਿਲਾ, ਦੂਜਾ, ਆ ਰਿਹਾ ਤੀਜਾ। ਤਾਂ ਆਪਸ਼ਨ ਨੰਬਰ C ਜਿਹੜਾ ਇਹਦਾ ਆਨਸਰ ਸਹੀ ਹੋ ਜਾਊਗਾ। ਤੁਸੀਂ ਚਾਹੋ ਤਾਂ ਇਹਨੂੰ ਸਕਰੀਨਸ਼ਾਟ ਵੀ ਲੈ ਸਕਦੇ ਹੋ। ਅਤੇ ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ, ਜੇਕਰ ਤੁਸੀਂ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਵੀ, ਤੁਹਾਨੂੰ PDF ਮਿਲੇਗੀ ਟੈਲੀਗ੍ਰਾਮ 'ਤੇ, ਅਤੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਫੋਲੋ ਕਰਕੇ ਆਪਣੀ ਕੁਐਰੀਜ਼ ਪੁੱਛ ਸਕਦੇ ਹੋ। ਤਿੰਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗਾ। ਇੱਕ ਛੋਟੀ ਜਿਹੀ ਇਨਫੋ ਹੋਰ ਸੀਗੀ ਵੀ, ਜੇਕਰ ਤੁਸੀਂ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ, ਤੁਹਾਡੀ ਰੇਸ਼ੋ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਉਸ ਤੋਂ ਬਾਅਦ ਹੈ ਅਮੋਂਗ ਦਾ ਫੋਲੋਵਿੰਗ ਸਿਟੀਜ਼ ਵਿਚ ਵਨ ਇਜ਼ ਨੀਅਰੈਸਟ ਟੂ ਦਾ ਟ੍ਰੋਪਿਕ ਆਫ ਕੈਂਸਰ। ਹੁਣ ਮੈਂ ਤੁਹਾਨੂੰ ਇੱਕ ਮੈਪ ਦਿਖਾਇਆ ਸੀਗਾ, ਜਿਹਦੇ ਵਿੱਚ ਇੰਡੀਆ ਦਾ ਮੈਪ ਸੀ ਅਤੇ ਇੱਕ ਟ੍ਰੋਪਿਕ ਆਫ ਕੈਂਸਰ 8 ਸਟੇਟਸ ਤੋਂ ਗੁਜ਼ਰ ਰਹੀ ਸੀਗੀ। ਤਾਂ ਇਹਨਾਂ 4 ਵਿੱਚੋਂ ਕਿਹੜਾ ਸਿਟੀ ਹੈ ਜੋ ਟ੍ਰੋਪਿਕ ਆਫ ਕੈਂਸਰ ਦੇ, ਯਾਨੀ ਕਿ ਕਰਕ ਰੇਖਾ ਦੇ, ਆਹ ਕੈਂਸਰ ਨਹੀਂ ਆਊਗਾ ਵੀਰੇ, ਅਤੇ ਕਰਕ ਆਊਗਾ। ਐਕਚੁਅਲੀ ਜਿਹੜਾ ਗੂਗਲ ਟਰਾਂਸਲੇਟਰ ਸੀਗਾ, ਉੱਧਰੋਂ ਮੈਂ ਚੱਕਿਆ ਤਾਂ ਉੱਧਰੋਂ ਆਹੀ ਦਿਖਾ ਰਿਹਾ ਸੀਗਾ। ਤਾਂ ਇਹਦਾ ਆਨਸਰ ਹੈ ਜੀ ਕੋਲਕਾਤਾ। ਇੱਕ ਤਾਂ ਕੋਲਕਾਤਾ, ਅਤੇ ਕਈ ਵਾਰ ਆਪਸ਼ਨ ਦੇ ਵਿੱਚ ਨਾ ਗਾਂਧੀ ਨਗਰ ਵੀ ਦਿੱਤਾ ਹੁੰਦਾ ਹੈਗਾ। ਜੇ ਨੋਟ ਕਰ ਰਹੇ ਤਾਂ ਨੋਟ ਕਰ ਲਿਓ, ਗਾਂਧੀ ਨਗਰ ਵੀ ਟ੍ਰੋਪਿਕ ਆਫ ਕੈਂਸਰ ਦੇ ਨੇੜੇ ਵੱਜਦਾ ਹੈਗਾ। ਅਤੇ ਹੁਣ ਆਪਾਂ ਜੇ ਗਲੋਬ ਦੀ ਗੱਲ ਕਰੀਏ, ਆਹ ਜਿਹੜੀ ਲਾਈਨ ਹੈ, ਆਹ ਹੈ ਟ੍ਰੋਪਿਕ ਆਫ ਕੈਂਸਰ। ਆਹ ਜਿਹੜੀ ਹੈ ਇੰਡੀਆ ਤੋਂ ਹੋ ਕੇ ਗੁਜ਼ਰਦੀ ਹੈ। ਉਸ ਤੋਂ ਬਾਅਦ ਜਿਹੜਾ 0 ਡਿਗਰੀ 'ਤੇ ਹੈਗਾ, ਉਹ ਹੈ ਇਕੁਏਟਰ, ਯਾਨੀ ਕਿ ਜੇ ਅਰਥ ਨੂੰ ਪ੍ਰੋਪਰ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੰਦੀ ਹੈ। ਇਹਨੂੰ ਨੌਰਦਰਨ ਹੈਮੀਸਫੇਅਰ ਕਹਿ ਦਿੰਦੇ ਹਾਂ ਆਪਾਂ, ਅਤੇ ਕਿਉਂਕਿ ਆਹ ਇਕੁਏਟਰ ਹੈਗਾ, ਇਹਨੂੰ ਆਪਾਂ ਸਾਊਥਰਨ ਹੈਮੀਸਫੇਅਰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ
ਜਿਹੜੀ ਟ੍ਰੋਪਿਕ ਆਫ ਕੈਪਰੀਕੋਨ ਹੈ ਇਹ ਗੁਜ਼ਰਦੀ ਹੈ ਇੱਧਰੋਂ। ਤੇ ਅਫਰੀਕਾ ਇੱਕ ਇਹੋ ਜਿਹਾ ਕੰਟੀਨੈਂਟ ਹੈ ਜਿਹਦੇ ਵਿੱਚੋਂ ਟ੍ਰੋਪਿਕ ਆਫ ਕੈਂਸਰ ਵੀ ਗੁਜ਼ਰਦੀ ਹੈ, ਇਕਵੇਟਰ ਵੀ ਤੇ ਕੈਪਰੀਕੋਨ ਵੀ। ਆ ਦੇਖ ਸਕਦੇ ਹੋ ਤੁਸੀਂ, ਆ ਅਫਰੀਕਨ ਕੰਟੀਨੈਂਟ ਹੈ, ਇਹਦੇ ਵਿੱਚੋਂ ਟ੍ਰੋਪਿਕ ਆਫ ਕੈਂਸਰ ਵੀ ਗੁਜ਼ਰ ਰਹੀ ਆ, ਨਿਕਲ ਗਈ ਇਕਵੇਟਰ ਵੀ ਤੇ ਕੈਪਰੀਕੋਨ ਵੀ। ਆ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ ਹੈਗਾ। ਬਾਕੀ ਜਿਹੜਾ ਕੁਐਸਚਨ ਆਨਸਰ ਹੈ ਉਹ ਕੋਲਕਾਤਾ ਸੀਗਾ, ਆਪਸ਼ਨ ਨੰਬਰ ਬੀ। ਉਹ ਤੋਂ ਬਾਅਦ ਅਗਲਾ ਕੁਐਸਚਨ ਹੈਗਾ, ਪ੍ਰੈਜ਼ੀਡੈਂਟ ਹੋਲਡ ਆਫਿਸ ਫॉर ਅ ਟਰਮ ਆਫ 5 ਈਅਰ ਫਰੋਮ ਦਾ ਡੇਟ ਔਨ। ਯਾਨੀ ਕਿ ਜਦੋਂ ਵੀ ਪ੍ਰੈਜ਼ੀਡੈਂਟ ਆਪਣਾ ਅਹੁਦਾ ਸੰਭਾਲਦਾ ਹੈਗਾ ਤਾਂ 5 ਸਾਲ ਦੀ ਟਰਮ ਹੁੰਦੀ, ਆਪਾਂ ਨੂੰ ਪਤਾ ਹੈ। ਲੇਕਿਨ ਉਹ ਟਰਮ ਹੈ ਜਿਹੜੀ ਸ਼ੁਰੂ ਕਦ ਤੋਂ ਹੁੰਦੀ ਹੈ, ਜਦੋਂ ਇਲੈਕਸ਼ਨ ਹੋ ਜਾਂਦਾ ਹੈ, ਜਾਂ ਫਿਰ ਡਿਸਾਈਡ ਕਰਦੀ ਹੈ ਪਾਰਲੀਮੈਂਟ ਵੀ ਕਦ ਤੋਂ ਕਦ ਤੱਕ ਰਹੂਗਾ, ਜਾਂ ਫਿਰ ਜਦੋਂ ਆਫਿਸ ਆ ਜਾਂਦਾ ਹੈਗਾ, ਜਾਂ ਫਿਰ ਇਲੈਕਸ਼ਨ ਕਮਿਸ਼ਨ ਡਿਸਾਈਡ ਕਰੂਗਾ। ਤਾਂ ਜਿਹੜੀ 5 ਸਾਲ ਦੀ ਉਹਦੀ ਮਿਆਦ ਹੈ, ਅਹੁਦਾ ਹੈ, ਉਹ ਸਟਾਰਟ ਹੁੰਦਾ ਜਦੋਂ ਫਸਟ ਡੇ ਤੋਂ ਆਫਿਸ ਸੰਭਾਲਦਾ ਹੈਗਾ। ਐਵੇਂ ਨਹੀਂ ਮੰਨ ਲਓ 1 ਜਨਵਰੀ ਨੂੰ ਇਲੈਕਸ਼ਨ ਹੋ ਗਿਆ ਤਾਂ ਜੀ ਸਟਾਰਟ ਹੋ ਗਿਆ ਇਹਦਾ। ਇਹ ਜਿਸ ਦਿਨ ਐਂਟਰ ਕਰੂਗਾ ਆਫਿਸ ਦੇ ਵਿੱਚ ਉਸ ਦਿਨ ਤੋਂ ਹੀ ਮੰਨਿਆ ਜਾਊਗਾ, ਨਾ ਕਿ ਜਿਸ ਦਿਨ ਤੋਂ ਇਲੈਕਸ਼ਨ ਹੋਇਆ ਹੈਗਾ। ਉਸ ਤੋਂ ਬਾਅਦ ਹੈ ਕਿਹੜੀ ਗੈਸ ਹੈ ਜਿਹੜੀ ਫਾਇਰ ਐਕਸਟਿੰਗਿਊਸ਼ਰ, ਯਾਨੀ ਕਿ ਜਿਹੜੇ ਅੱਗ ਬੁਝਾਉਣ ਯੰਤਰ ਹੁੰਦੇ ਨੇ ਜੀ, ਆ ਤੁਹਾਨੂੰ ਦਿਖਾ ਦੇਣਾ ਮੈਂ ਫੋਟੋ ਦੇ ਵਿੱਚ। ਆਹ ਇਹਦੇ ਵਿੱਚ ਕਿਹੜੀ ਗੈਸ ਯੂਜ਼ ਕੀਤੀ ਜਾਂਦੀ ਹੈ। ਆ ਵੀ ਬਹੁਤ ਹੀ ਕਾਮਨ ਕੁਐਸਚਨ ਹੈ। ਇਹਦੇ ਵਿੱਚ ਨਾ ਕਾਰਬਨ ਡਾਈਆਕਸਾਈਡ ਯੂਜ਼ ਕੀਤਾ ਜਾਂਦਾ ਹੈਗਾ, ਕਿਉਂਕਿ ਜਿਹੜੀ ਜਲਣ ਪ੍ਰਕਿਰਿਆ ਹੁੰਦੀ ਹੈ ਨਾ, ਉਹਨੂੰ ਕਾਰਬਨ ਡਾਈਆਕਸਾਈਡ ਬਿਲਕੁਲ ਵੀ ਪ੍ਰਮੋਟ ਨਹੀਂ ਕਰਦਾ ਹੈਗਾ। ਅਤੇ ਇੱਕ ਇੰਪੋਰਟੈਂਟ ਗੱਲ ਆ ਵੀ ਹੈ, ਅੱਗ ਲੱਗਣ ਵਾਸਤੇ ਨਾ ਆਕਸੀਜਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਉਸ ਤੋਂ ਬਾਅਦ ਹੈ ਅੱਜ ਦੀ ਵੀਡੀਓ ਦਾ ਆਪਣਾ ਮੋਸਟ ਇੰਪੋਰਟੈਂਟ ਅਤੇ ਥੋੜ੍ਹਾ ਜਿਹਾ ਨਾ ਟੇਢਾ ਜਿਹਾ ਕੁਐਸਚਨ ਹੈ। ਕਿਉਂ, ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਧਿਆਨ ਨਾਲ ਸੁਣਿਓ। ਪਹਿਲਾਂ ਮੈਂ ਕੁਝ ਬੇਸਿਕ ਟਰਮ ਸਮਝਾਉਣਾ ਤੁਹਾਨੂੰ ਕਿ ਜਿਹੜਾ ਆਪਣਾ ਇੰਡੀਅਨ ਸਟੈਂਡਰਡ ਟਾਈਮ ਹੈ ਨਾ, ਉਹਦਾ ਆਹ ਲੈਟੀਟਿਊਡ ਹੈ, ਲੋਂਗੀਟਿਊਡ ਹੈ ਜਿਹੜਾ 82.5 ਡਿਗਰੀ ਦਾ। ਇਹਨੂੰ ਸਮਝੋ ਤੁਸੀਂ, ਇਹਦੇ ਹੀ ਜਿਹੜਾ ਹੈ ਆਪਣਾ ਟਾਈਮ ਡਿਪੈਂਡ ਕਰਦਾ ਹੈਗਾ। ਕਿ ਤੁਸੀਂ ਦੇਖਿਆ ਹੋਣਾ ਨਾ GMT 5:30 ਪਲੱਸ ਹੁੰਦਾ ਹੈਗਾ, ਹਮੇਸ਼ਾ ਲਿਖਿਆ ਹੋਇਆ, ਕਿਉਂਕਿ ਗ੍ਰੀਨਵਿਚ ਮੀਨ ਟਾਈਮ ਹੈ, ਉਹ ਦੇ ਹਿਸਾਬ ਨਾਲ ਆਪਣਾ ਦੇਸ਼ ਜਿਹੜਾ ਹੈਗਾ, ਜਿਹੜਾ ਲੰਡਨ ਵਿੱਚ ਹੈ, ਉਹਦੇ ਹਿਸਾਬ ਨਾਲ ਆਪਣਾ ਦੇਸ਼ ਜਿਹੜਾ 5.5 ਘੰਟੇ ਅੱਗੇ ਚੱਲਦਾ ਹੈਗਾ, ਕਿਉਂਕਿ ਆਪਾਂ ਲੋਂਗੀਟਿਊਡਨ ਹਿਸਾਬ ਨਾਲ ਹੀ ਨਾ ਟਾਈਮ ਕੱਢਦੇ ਹਾਂ। ਹੁਣ ਇਹਨੇ ਕੁਐਸਚਨ ਕੀ ਪੁੱਛਿਆ ਹੈਗਾ ਕਿ ਟਾਈਮ ਡਿਫਰੈਂਸ ਗੈਪ ਕਿੰਨਾ ਹੈਗਾ ਜੇਕਰ ਆਪਾਂ ਵੈਸਟਰਨ ਵਿਲੇਜ ਆਫ ਗੁਜਰਾਤ, ਯਾਨੀ ਕਿ ਇਸ ਪਾਰਟ ਤੋਂ ਲੈ ਕੇ ਇਸ ਪਾਰਟ ਤੱਕ ਦੇ ਵਿੱਚ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟਾਈਮ ਗੈਪ ਟੋਟਲ ਕਿੰਨਾ ਹੈਗਾ। ਪਹਿਲਾ ਤਾਂ ਆਨਸਰ ਇਹਦਾ 2 ਆਰ। ਹੁਣ ਆਨਸਰ ਆਇਆ ਕਿਵੇਂ, ਧਿਆਨ ਨਾਲ ਸਮਝਿਓ। ਹੁਣ ਜਰਾ ਮੈਂ ਕੁਝ ਚੀਜ਼ਾਂ ਲਿਖਾਂਗਾ, ਹੋ ਸਕੇ ਤਾਂ ਨੋਟ ਵੀ ਡਾਊਨ ਵੀ ਕਰ ਲਿਓ। ਜੇਕਰ ਮੈਂ ਪ੍ਰੋਪਰ ਲੋਕੇਸ਼ਨ ਦੀ ਗੱਲ ਕਰਾਂਣਾ, ਜਿਹੜਾ ਆਹ ਵਾਲਾ ਪਾਰਟ ਹੈ ਉਹ ਆਉਂਦਾ ਹੈਗਾ 68 ਡਿਗਰੀ 4 ਮਿੰਟ, ਅਤੇ ਇੱਧਰੋਂ ਤੋਂ ਲੈ ਕੇ ਇੱਧਰ ਜਿਹੜਾ ਆਹ ਪਾਰਟ ਹੈ ਇਹ ਆਉਂਦਾ ਹੈਗਾ 74 ਡਿਗਰੀ 4 ਮਿੰਟ। ਅਤੇ ਜੇ ਮੈਂ ਅਰੁਣਾਚਲ ਪ੍ਰਦੇਸ਼ ਦੇ ਇਸ ਪਾਰਟ ਦੀ ਗੱਲ ਕਰਾਂ, ਇਹ ਆਉਂਦਾ ਹੈਗਾ 91 ਡਿਗਰੀ 30 ਮਿੰਟ ਤੱਕ। ਉਸ ਤੋਂ ਬਾਅਦ ਜਿਹੜਾ ਆਹ ਵਾਲਾ ਪਾਰਟ ਹੈ ਇਹ ਆਉਂਦਾ ਹੈਗਾ 97 ਡਿਗਰੀ 30 ਮਿੰਟ। ਤਾਂ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਵੀ ਇਸ ਪਾਰਟ ਤੋਂ ਲੈ ਕੇ ਇਸ ਪਾਰਟ ਤੱਕ, ਤਾਂ ਫਿਰ ਆਪਾਂ ਇਹਨਾਂ ਦੋਨਾਂ ਨੂੰ ਤਾਂ ਐਲੀਮੀਨੇਟ ਕਰ ਹੀ ਸਕਦੇ ਹਾਂ। ਹੁਣ ਆਪਾਂ ਕਰਾਂਗੇ ਕਿ ਇਹਨਾਂ ਦੋਨਾਂ ਵਿੱਚ ਨਾ ਡਿਫਰੈਂਸ ਚੈੱਕ ਕਰ ਲਾਂਗੇ। ਦੈਟ ਮੀਨਸ ਮੈਂ ਲਿਖਾਂਗਾ ਇਹਨੂੰ 97 ਡਿਗਰੀ 30 ਮਿੰਟ ਮਾਈਨਸ 68 4 ਮਿੰਟ। ਤਾਂ ਜੇ ਮੈਨੂੰ ਗੈਪ ਕੱਢਾਂ ਇਹਦਾ ਵੀ, ਇਹਦਾ ਆ ਜਾਊਗਾ 26, ਇੱਧਰੋਂ ਆ ਜਾਊਗਾ ਆ ਗਿਆ ਲਗਭਗ ਕੀ ਆ ਇੰਨੇ ਦੇਰ ਦਾ ਫਰਕ ਹੈਗਾ। ਹੁਣ ਆਪਾਂ ਨੂੰ ਇਹਦਾ ਪਤਾ ਲੱਗ ਗਿਆ ਵੀ ਲਗਭਗ ਜਿਹੜਾ ਹੈਗਾ 29 ਡਿਗਰੀ ਦਾ ਫਰਕ ਹੈਗਾ ਇਸ ਪਾਰਟ ਤੋਂ ਇਸ ਪਾਰਟ ਤੱਕ। ਲੇਕਿਨ ਕੁਐਸਚਨ ਦੇ ਵਿੱਚ ਡਿਗਰੀ ਦੇ ਵਿੱਚ ਨਹੀਂ ਪੁੱਛਿਆ ਗਿਆ, ਕੁਐਸਚਨ ਵਿੱਚ ਪੁੱਛਿਆ ਕਿ ਕਿੰਨੇ ਆਰ ਦਾ ਫਰਕ ਆਊਗਾ। ਹੁਣ ਜੇ ਆਪਾਂ ਬੇਸਿਕ ਕੈਲਕੂਲੇਸ਼ਨ ਕਰੀਏ, ਪ੍ਰਿਥਵੀ ਜਿਹੜਾ ਹੈ 360 ਡਿਗਰੀ ਘੁੰਮਦੀ ਹੈ ਅਤੇ 24 ਘੰਟੇ ਪੂਰਾ ਕਰ ਲੈਂਦੀ ਹੈ। ਇਸ ਹਿਸਾਬ ਨਾਲ ਜੇ ਮੈਂ ਦੋਨਾਂ ਨੂੰ 24 ਨਾਲ ਡਿਵਾਈਡ ਕਰਦਾ, ਯਾਨੀ ਕਿ ਮੈਂ ਪ੍ਰਤੀ ਘੰਟਾ ਕੱਢ ਲਾਂ ਤਾਂ 1 ਆ ਜਾਊਗਾ ਜੀ। ਇਹਦੇ ਬਾਅਦ ਕਰਾਂਗੇ ਆਪਾਂ 36, 24 ਗਿਆ, ਇਹਦੇ ਵਿੱਚੋਂ ਆ ਗਿਆ 12, 15, ਯਾਨੀ ਕਿ 1 ਘੰਟੇ ਦੇ ਵਿੱਚ 15 ਡਿਗਰੀ। ਹੁਣ ਆਪਾਂ ਜੇ ਇਹਨੂੰ ਗੱਲ ਕਰੀਏ, ਜੇ ਮਿੰਟਾਂ ਵਿੱਚ ਬਦਲ ਲਈਏ ਤਾਂ ਮੈਂ ਕੀ ਕਰਾਂਗਾ, ਇਹਨੂੰ 60 ਨਾਲ ਡਿਵਾਈਡ ਕਰ ਦਾਂਗਾ ਜੀ, ਇਹਨੂੰ ਵੀ 60 ਨਾਲ ਡਿਵਾਈਡ ਕਰ ਦਾਂਗਾ, ਤਾਂ 15 ਚੌਕੇ 60, ਯਾਨੀ ਕਿ 1 ਮਿੰਟ ਦੇ ਵਿੱਚ ਆ 4 ਡਿਗਰੀ ਬਣਦਾ ਹੈਗਾ। ਅਤੇ ਹੁਣ ਆਪਣੇ ਕੋਲ ਟੋਟਲ ਜਿਹੜਾ ਡਾਟਾ ਉਹ ਕਿੰਨਾ ਸੀਗਾ, ਉਹ ਸੀਗਾ 2926, ਜਿਹਨੂੰ ਕਿ ਆਪਾਂ 4 ਨਾਲ ਮਲਟੀਪਲਾਈ ਕਰ ਦਾਂਗੇ, ਜੋ ਕਿ ਲਗਭਗ 118 ਦੇ ਕਰੀਬ ਆਊਗਾ, ਯਾਨੀ ਕਿ 118 ਮਿੰਟ ਬਣ ਜਾਣਗੇ। ਕਿਉਂਕਿ 1 ਡਿਗਰੀ ਦੇ ਵਿੱਚ ਆ 4 ਮਿੰਟ ਹੁੰਦਾ ਹੈਗਾ ਜੀ, ਤਾਂ ਆਪਣੇ ਕੋਲ ਟੋਟਲ ਡਿਫਰੈਂਸ ਇੰਨਾ ਆਇਆ ਸੀਗਾ, ਤਾਂ ਮੈਨੂੰ 4 ਨਾਲ ਮਲਟੀਪਲਾਈ ਕਰਤਾ ਤਾਂ ਲਗਭਗ 118 ਮਿੰਟ ਹੋ ਗਏ। ਤਾਂ ਜੇ ਮੈਂ 118 ਮਿੰਟ ਦੀ ਗੱਲ ਕਰਾਂ, ਕਿਉਂਕਿ 120 ਮਿੰਟ ਦੇ ਵਿੱਚ 2 ਘੰਟੇ ਬਣਦੇ ਨੇ, ਤਾਂ ਮੈਂ ਇਸ ਤਰ੍ਹਾਂ 'ਤੇ ਅਪਰੋਕਸੀਮੇਸ਼ਨ 2 ਆਰ ਇਹਨੂੰ ਲਿਖ ਸਕਦਾ।
ਆਈ ਹੋਪ ਤੁਹਾਨੂੰ ਆ ਪੂਰੀ ਕੈਲਕੂਲੇਸ਼ਨ ਸਮਝ ਵੀ ਆਈ ਹੋਵੇਗੀ। ਜੇਕਰ ਨਾ ਆਈ ਹੋਵੇ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਦੇਣਾ, ਮੈਂ ਫੇਰ ਦੁਬਾਰਾ ਸਮਝਾ ਦੇਵਾਂਗਾ ਥੋੜ੍ਹੇ ਜਿਹੇ ਈਜ਼ੀ ਵੇ ਨਾਲ। ਹਾਲਾਂਕਿ ਇਹ ਮੇਰੇ ਹਿਸਾਬ ਨਾਲ ਬਹੁਤ ਤੁਹਾਨੂੰ ਸਮਝ ਆ ਗਿਆ ਹੋਣਾ। ਉਸ ਤੋਂ ਬਾਅਦ ਹੈ ਔਨ ਵਿਚ ਓਕੇਜਨ ਵਾਜ਼ ਜਨ ਗਣ ਮਨ ਵਾਜ਼ ਫਸਟ ਸੌਂਗ, ਯਾਨੀ ਕਿ ਕਿਹੜੇ ਅਵਸਰ 'ਤੇ ਪਹਿਲੀ ਵਾਰ ਗਾਇਆ ਗਿਆ ਸੀਗਾ, ਤਾਂ ਗਾਇਆ ਗਿਆ ਸੀਗਾ ਵੀ 1911 ਦੇ ਵਿੱਚ। ਅਤੇ ਆ ਜਿਹੜਾ ਓਫੀਸ਼ਲੀ ਅਡੋਪਟ ਕੀਤਾ ਸੀਗਾ ਆ 24 ਜਨਵਰੀ 1950 ਨੂੰ ਅਡੋਪਟ ਕੀਤਾ ਸੀਗਾ, ਜਦੋਂ ਆਪਣਾ ਦੇਸ਼ ਆਜ਼ਾਦ ਹੋ ਗਿਆ ਸੀਗਾ। ਅਤੇ ਅੱਜ ਉਦੋਂ ਵੀ ਕੋਲਕਾਤਾ ਦਾ ਸੈਸ਼ਨ ਚੱਲ ਰਿਹਾ ਸੀਗਾ 1911 ਦੇ ਵਿੱਚ, ਕਿਉਂਕਿ ਉਸ ਟਾਈਮ 'ਤੇ ਵੀ ਇੰਗਲੈਂਡ ਦੇ ਰਾਜਾ ਵੀ ਆਏ ਸੀਗੇ। ਉਹਨਾਂ ਨੂੰ ਹੀ ਇੱਕ ਤਰ੍ਹਾਂ ਤੋਂ ਸੰਬੋਧਿਤ ਕਰਨ ਲਈ ਆਪਣਾ ਜਿਹੜਾ ਰਾਸ਼ਟਰਗਾਨ ਹੈਗਾ ਉਹ ਗਾਇਆ ਗਿਆ ਸੀਗਾ ਜਨ ਗਣ ਮਨ। ਅਤੇ ਲਿਖਿਆ ਕਿਹਨੇ ਸੀਗਾ? ਰਵਿੰਦਰਨਾਥ ਟੈਗੋਰ ਨੇ। ਅਤੇ ਆ ਓਰੀਜਨਲੀ ਬੰਗਾਲੀ ਦੇ ਵਿੱਚ ਲਿਖਿਆ ਗਿਆ ਸੀਗਾ। ਉਸ ਤੋਂ ਬਾਅਦ ਆ ਜਿਹੜਾ ਸਿਗਰਟ ਲਾਈਟਰ ਹੁੰਦੇ ਨੇ ਉਹਨਾਂ ਵਿੱਚੋਂ ਕਿਹੜੀ ਗੈਸ ਯੂਜ਼ ਕੀਤੀ ਜਾਂਦੀ ਹੈਗੀ ਹੈ? ਤਾਂ ਗੈਸ ਜਿਹੜੀ ਯੂਜ਼ ਕੀਤੀ ਜਾਂਦੀ ਹੈ ਉਹ ਯੂਜ਼ ਹੁੰਦੀ ਹੈ ਬਿਊਟੇਨ। ਹਾਈਲੀ ਫਲੇਮੇਬਲ, ਯਾਨੀ ਕਿ ਬਹੁਤ ਜ਼ਿਆਦਾ ਜਲਦੀ ਹੈ, ਕਲਰਲੈਸ ਹੈ ਔਰ ਈਜ਼ੀਲੀ ਲਿਕੁਇਫਾਈਡ ਗੈਸ ਹੈ, ਤਾਂ ਇਸ ਲਈ ਇਹਨੂੰ ਲਾਈਟਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੈ ਵੀ ਅਗਲਾ ਕੁਐਸਚਨ ਕਿਹੜਾ ਕਹਿ ਰਿਹਾ ਹੈ, ਉਹ ਕਹਿ ਰਿਹਾ ਵੀ ਉਹ ਇਹਨਾਂ ਵਿੱਚੋਂ ਚਾਰਾਂ ਵਿੱਚੋਂ ਕਿਹੜਾ ਹੈ ਜਿਹੜਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਵਿੱਚ ਤਾਂ ਆਉਂਦਾ ਹੈਗਾ, ਲੇਕਿਨ ਜਦੋਂ ਉਹਦੀ ਇੰਪੀਚਮੈਂਟ ਚੱਲਦੀ ਹੈ, ਯਾਨੀ ਕਿ ਹਟਾਉਣ ਦੀ ਪ੍ਰਕਿਰਿਆ ਚੱਲਦੀ ਹੈ, ਉਹਦੇ ਵਿੱਚ ਹਿੱਸਾ ਨਹੀਂ ਲੈ ਪਾਉਂਦਾ ਹੈਗਾ। ਮੈਂ ਹੁਣ ਪਹਿਲਾਂ ਵੀ ਗੱਲ ਕਰਕੇ ਹਟਿਆ ਸੀਗਾ ਕਿ ਇਲੈਕਟਡ ਮੈਂਬਰ ਆਫ ਲੋਕ ਸਭਾ ਪਾਰਟੀਸਪੇਟ ਕਰਦੇ ਸੀਗੇ, ਇਲੈਕਟਡ ਮੈਂਬਰ ਆਫ ਰਾਜ ਸਭਾ ਪਾਰਟੀਸਪੇਟ ਕਰਦੇ ਸੀਗੇ, ਅਤੇ ਵਿਧਾਨ ਸਭਾ। ਲੇਕਿਨ ਜੇਕਰ ਮੈਂ ਇੰਪੀਚਮੈਂਟ ਦੀ ਗੱਲ ਕਰਾਂ ਤਾਂ ਇੰਪੀਚਮੈਂਟ ਜਿਹੜੀ ਸਟਾਰਟ ਹੈ ਉਹ ਜਾਂ ਤਾਂ ਲੋਕ ਸਭਾ 'ਤੇ ਹੋ ਸਕਦੀ ਹੈ, ਫਿਰ ਰਾਜ ਸਭਾ ਤੋਂ ਹੋ ਸਕਦੀ ਹੈ, ਲੇਕਿਨ ਉਹਦੇ ਵਿੱਚ ਸਟੇਟ ਲੈਜਿਸਲੇਟਿਵ ਅਸੈਂਬਲੀ ਦਾ ਕੋਈ ਰੋਲ ਨਹੀਂ ਹੋਵੇਗਾ। ਤਾਂ ਆਨਸਰ ਹੋ ਗਿਆ ਇਹਦਾ ਵਿਧਾਨ ਸਭਾ ਜਾਂ ਫਿਰ ਸਟੇਟ ਲੈਜਿਸਲੇਟਿਵ ਅਸੈਂਬਲੀਜ਼, ਕਿਉਂਕਿ ਜਿਹੜੀ ਕਾਊਂਸਿਲ ਨੇ ਉਹ ਨਾ ਤਾਂ ਇਲੈਕਸ਼ਨ 'ਚ ਪਾਰਟੀਸਪੇਟ ਕਰਦੀਆਂ, ਇੰਪੀਚਮੈਂਟ 'ਚ ਵੀ ਤਾਂ ਕਰਨਗੀ ਹੀ। ਉਹ ਤੋਂ ਬਾਅਦ ਹੈ ਵੀ ਆਪਣੀ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ, ਉਹ ਕਿਹੜਾ ਕੈਮੀਕਲ ਵੈਪਨ ਸੀਗਾ ਜਿਹੜਾ ਵਰਲਡ ਵਾਰ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ? ਅਬ ਇਹਨੂੰ ਜਰਮਨੀ ਨੇ ਇੰਟਰੋਡਿਊਸ ਕੀਤਾ ਸੀਗਾ ਜੁਲਾਈ 1917 ਦੇ ਵਿੱਚ। ਉਹ ਸੀਗੀ ਮਸਟਰਡ ਗੈਸ, ਜਿਹਨੂੰ ਕਿ ਆਪਾਂ ਸਲਫਰ ਮਸਟਰਡ ਵੀ ਕਹਿ ਸਕਦੇ ਹਾਂ। ਆਹ ਯੂਜ਼ ਕੀਤੀ ਗਈ ਸੀ ਬਿਕੋਜ਼ ਇਹਦੇ ਯੂਜ਼ ਕਰਨ ਨਾਲ ਕੀ ਹੁੰਦਾ ਸੀਗਾ, ਸਕਿਨ, ਆਈ ਅਤੇ ਰੈਸਪੀਰੇਟਰੀ ਟਰੈਕ, ਯਾਨੀ ਕਿ ਇਫੈਕਟ ਕਰਦਾ ਸੀਗਾ ਆਪਣੀ ਆਈਜ਼ ਨੂੰ, ਸਕਿਨ ਨੂੰ, ਅਤੇ ਸਾਹ ਲੈਣ ਦੇ ਵਿੱਚ ਵੀ ਦਿੱਕਤ ਕਰਦਾ ਸੀਗਾ। ਤਾਂ ਆਹ ਜਿਹੜਾ ਯੂਜ਼ ਕੀਤਾ ਸੀ ਜਰਮਨੀ ਨੇ 1917 ਦੇ ਵਿੱਚ। ਆਹ ਸੀਗਾ ਆਪਣਾ ਅੱਜ ਦਾ ਸੈਸ਼ਨ। ਜੇਕਰ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਡੈਫੀਨੇਟਲੀ ਲਾਈਕ ਕਰਿਓ ਅਤੇ ਆਪਣੇ ਸਟੱਡੀ ਗਰੁੱਪ ਵਿੱਚ ਵੀ ਸ਼ੇਅਰ ਕਰੋ, ਤਾਂ ਕਿ ਹੋਰ ਲੋਕ ਆਪਣੇ ਨਾਲ ਜੁੜ ਪਾਉਣ ਅਤੇ ਫਾਇਦਾ ਲੈ ਸਕਣ। ਕਿਉਂਕਿ ਅੱਜ ਕੱਲ੍ਹ ਬਥੇਰੇ ਇੰਸਟੀਟਿਊਟ ਨੇ ਵੀ ਪਤਾ ਨਹੀਂ ਕਿੰਨੇ, 2 ਚੈਨਲ ਵਿੱਚ ਤਾਂ ਮੈਂ ਵੀ ਘੁੰਮ ਕੇ ਆਇਆ ਸੀਗਾ, ਕੋਈ 12,000 ਮੰਗੀ ਜਾਂਦਾ, ਕੋਈ 15,000 ਮੰਗੀ ਜਾਂਦਾ, ਕੋਈ ਕੁਛ ਐਂ ਕਰਾ ਦਾਂਗੇ ਜੀ। ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਘਰੇ ਬਹਿ ਕੇ ਵੀ ਸੈਲਫ ਸਟੱਡੀ ਬੜੇ ਹੀ ਆਰਾਮ ਨਾਲ ਕਰ ਸਕਦੇ ਹੋ। ਬਸ ਆਹ ਹੈ ਕਿ ਤੁਸੀਂ ਕਿਹੜੇ ਚੈਨਲ ਨਾਲ ਜੁੜਨਾ ਹੈਗਾ, ਕਿਹੜੇ ਟੀਚਰ ਨਾਲ ਜੁੜਨਾ ਹੈਗਾ। ਅਤੇ ਇੱਕ ਛੋਟੀ ਜਿਹੀ ਸੁਜੈਸ਼ਨ ਹੋਰ, ਬਥੇਰੇ ਚੈਨਲ ਨੇ YouTube 'ਤੇ, ਤੁਹਾਨੂੰ ਜੀ ਤੋਂ ਸਮਝ ਆਉਂਦਾ ਹੈ ਨਾ, ਤੁਸੀਂ ਉਹ ਤੋਂ ਹੀ ਪੜ੍ਹੋ। ਮੈਂ ਨਹੀਂ ਕਹਿੰਦਾ ਕਿ ਮੇਰੇ ਤੋਂ ਹੀ ਪੜ੍ਹੋ, ਜੇਕਰ ਮੇਰੇ ਤੋਂ ਸਮਝ ਆ ਰਿਹਾ ਤਾਂ ਵੈਲ ਐਂਡ ਗੁੱਡ ਹੈ, ਮੇਰੇ ਤੋਂ ਪੜ੍ਹੋ। ਜੇ ਨਹੀਂ ਆ ਰਿਹਾ ਹੈਗਾ, ਜਿਹੜਾ ਟੀਚਰ ਤੋਂ ਸਮਝ ਆਉਂਦਾ ਉਹ ਤੋਂ ਪੜ੍ਹੋ ਜੀ। ਮੇਨ ਗੱਲ ਹੈ ਤੁਹਾਡੀ ਸਿਲੈਕਸ਼ਨ। ਚਲੋ ਬਾਕੀ ਗੱਲਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਜੈ ਹਿੰਦ, ਜੈ ਭਾਰਤ।